84 ਦਾ ਦੁਖਾਂਤ ਅਸੀਂ ਝੱਲਿਆ। ਤੁਹਾਡੇ ਜਿਹੜੇ ਕਿਤਾਬਾਂ ਲਿਖਣ ਦਾ ਮੋਟਿਵ ਹੈ ਉਹ ਅਸੀਂ ਮੰਨੀਏ ਪ੍ਰੋਫੈਸ਼ਨਲ ਹੈ, ਐਜ ਏ ਸਿੱਖ ਹੋਣ ਦੇ ਨਾਤੇ ਲਿਖਿਆ, ਜਾਂ ਫਿਰ ਕੌਮੀ ਦਰਦ ਹੈ? ਨਸਲਕੁਸ਼ੀ ਵੀ ਸਾਡੀ ਕੀਤੀ ਗਈ ਤੇ ਬਦਨਾਮ ਵੀ ਜਿਹੜਾ ਦੁਨੀਆ ਭਰ ਦੇ ਵਿੱਚ ਸਾਨੂੰ ਕੀਤਾ ਜਾ ਰਿਹਾ, ਤੇ ਅਸੀਂ ਕੀ ਆ ਤੇ ਸਾਡੇ ਨਾਲ ਕੀ ਕੁਝ ਹੋਇਆ ਇਹ ਦੁਨੀਆ ਦੇ ਸਾਹਮਣੇ ਲਿਆਉਣ ਲਈ ਜਿਹੜਾ ਕਿ ਇਹ ਕਲਮ ਚੁੱਕੀ, ਤੇ ਉਦੋਂ ਤੋਂ ਇਹ ਸਫ਼ਰ ਜਿਹੜਾ ਇਹ ਨਿਰੰਤਰ ਜਿਹੜਾ ਚੱਲਦਾ ਆ ਰਿਹਾ। ਤੁਹਾਡੀ ਨਜ਼ਰ ਦੇ ਮੁਤਾਬਕ ਇਹ 6 ਦਿਨ ਦਾ ਇਤਿਹਾਸ ਹੈ, 6 ਦਿਨ 'ਚ ਖਤਮ ਹੋ ਜਾਂਦਾ ਹੈ ਲਿਖਤੀ ਰੂਪ ਦੇ ਵਿੱਚ, ਜਾਂ ਇਸ ਨੂੰ ਸਦੀਆਂ ਤੱਕ ਜਾਂ ਸਾਲਾਂ ਬੱਧੀ ਲਿਖਿਆ ਜਾਣਾ ਚਾਹੀਦਾ, ਜਾਂ ਲਿਖਿਆ ਜਾਏਗਾ ਹੋਰ? ਇਸ ਤਰ੍ਹਾਂ ਦੇ ਜਿਹੜੇ ਘੱਲੂਘਾਰੇ ਹੁੰਦੇ ਆ ਵੀ ਇਹ ਜਦੋਂ ਤੱਕ ਕੌਮਾਂ ਜਿਉਂਦੀਆਂ ਨੇ ਤੇ ਉਦੋਂ ਤੱਕ ਇਹਨਾਂ ਦੇ ਜ਼ਖਮ ਜਿਹੜੇ ਉਹ ਵੀ ਜਿਉਂਦੇ ਰਹਿੰਦੇ ਆ। ਸਟੇਟ ਜਿਹੜੀ ਆ ਵੀ ਉਹਦਾ ਜ਼ੋਰ ਇਹ ਲੱਗਾ ਕਿ ਸਿੱਖਾਂ ਨੂੰ ਹੀ ਭੁਲਾ ਦਿੱਤਾ ਜਾਵੇ, ਤੇ ਸਿੱਖ ਚਿੰਤਕ ਜਿਹੜੇ ਨੇ ਉਹਨਾਂ ਦਾ ਜ਼ੋਰ ਇਹ ਆ ਕਿ ਅਸੀਂ ਇਹ ਸਾਕਾ ਜਿਹੜਾ ਸਿੱਖਾਂ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਜਿਹੜਾ ਇਹ ਭੁੱਲਣ ਨਹੀਂ ਦੇਣਾ, ਸਿੱਖ ਰਹਿੰਦੀ ਦੁਨੀਆ ਤੱਕ ਇਸ ਸਾਕੇ ਨੂੰ ਯਾਦ ਰੱਖਣ, ਤਾਂ ਕਿ ਉਹਨਾਂ ਨੂੰ ਅਹਿਸਾਸ ਹੁੰਦਾ ਰਹੇ ਕਿ ਸਾਡੀ ਕੌਮ ਜਿਹੜੀ ਹੈ ਵੀ ਉਹ ਕੀ ਹੈ। KPS ਗਿੱਲ ਖਾਸ ਤੌਰ ਤੇ ਜਿਹੜਾ ਕਿ ਪੁਲਿਸ ਦਾ ਡਾਇਰੈਕਟਰ ਜਨਰਲ ਸੀਗਾ, ਉਹਦੇ ਵੱਲੋਂ ਵਿਸ਼ੇਸ਼ ਰੋਲ ਇੱਕ ਨਿਭਾਇਆ ਜਾ ਰਿਹਾ ਸੀ। ਉਹਦਾ ਮਕਸਦ ਸਿਰਫ ਇਹੀ ਸੀਗਾ ਕਿ ਸਿੱਖਾਂ ਦੀ ਜਿਹੜੀ ਅਗਲੀ ਪੀੜ੍ਹੀ ਆ ਨੀਵੇਂ ਪੱਧਰ ਦੇ ਜਿਹੜੇ ਇਸ਼ਕ ਮੁਸ਼ਕ ਦੀਆਂ ਜਿਹੜੀਆਂ ਕਵਿਤਾਵਾਂ ਜਾਂ ਕਹਾਣੀਆਂ ਜਾਂ ਗੀਤ ਜਿਹੜੇ ਆ ਵੀ ਉਹਨਾਂ ਦੇ ਵਿੱਚ ਇੰਨਾ ਜ਼ਿਆਦਾ ਗਲਤਾਨ ਕਰ ਦਿੱਤਾ ਜਾਵੇ ਕਿ ਉਹ ਆਪਣੇ ਮੂਲ ਨੂੰ, ਆਪਣੇ ਇਤਿਹਾਸ ਨੂੰ, ਆਪਣੇ ਨਾਲ ਕੀ ਵਾਪਰਿਆ ਤੇ ਸਾਡਾ ਨਿਸ਼ਾਨਾ ਕੀ, ਉਹ ਸਾਰਾ ਕੁਝ ਭੁੱਲ ਭੁਲਾਈ ਜਾਵੇ। ਉਸ ਦੌਰ ਦੇ ਵਿੱਚ ਇੱਕ ਕਵਿਤਾ ਆਮ ਬੋਲੀ ਜਾਂਦੀ ਸੀ, ਮੇਰੇ ਵੀਰ ਜਵਾਨੋ ਗੱਭਰੂਓ, ਸਿੱਖੀ ਤੋਂ ਜਵਾਨੀ ਵਾਰ ਦਿਓ, ਅੱਜ ਪੰਥ ਬੜਾ ਕਰਜ਼ਾਈ ਹੈ, ਸਿਰ ਦੇ ਕੇ ਕਰਜ਼ ਉਤਾਰ ਦਿਓ। ਇਹ ਇੱਕ ਵੰਗਾਰ ਸੀ ਕੌਮ ਦੀ ਜਵਾਨੀ ਨੂੰ। ਬਦਕਿਸਮਤੀ ਸਾਡੀ ਕੌਮ ਦੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹਦੇ ਉੱਤੇ ਉਹ ਲੋਕ ਕਾਬਜ਼ ਨੇ ਜਿਹੜੇ ਦਿੱਲੀ ਤਖਤ ਦੀ ਗੁਲਾਮੀ ਨੂੰ ਕਬੂਲ ਕਰ ਚੁੱਕੇ ਆ, ਤੇ ਇਹ ਉਹੀ ਕਰਦੇ ਜੋ ਦਿੱਲੀ ਦਾ ਤਖਤ ਇਹਨਾਂ ਨੂੰ ਕਹਿੰਦਾ। ਬੜਾ ਮੁਸ਼ਕਲ ਕਾਰਜ ਆ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜਾ ਬਿਆਨ ਦਿੱਤਾ, ਇਹਦੇ ਸਾਹਮਣੇ ਉਹਨਾਂ ਨੂੰ ਔਕੜਾਂ ਵੀ ਆ ਸਕਦੀਆਂ, ਪਰ ਇਹਦੇ ਬਾਵਜੂਦ ਜਿਹੜਾ ਕਿ ਅਸੀਂ ਫਿਰ ਵੀ ਇਹ ਕਹਾਂਗੇ ਕਿ ਦੇਰ ਆਏ ਦਰੁਸਤ ਆਏ। ਤੁਹਾਡੀ ਨਜ਼ਰ ਦੇ ਵਿੱਚ ਕੀ ਉਹ ਲੋਕ ਤਰਸ ਦੇ ਪਾਤਰ ਹੈਗੇ ਆ? ਜਿਹੜਾ ਅਸੀਂ ਤਾਂ ਜਦੋਂ ਮਿਲਦੇ ਆ ਅਸੀਂ ਤਾਂ ਕਦੇ ਨਹੀਂ ਦੇਖਿਆ ਵੀ ਕਿਸੇ MLA ਦੇ ਭਾਈ ਭਤੀਜੇ ਨੂੰ ਕੋਈ ਤਰਸ ਦੀ ਲੋੜ ਹੋਵੇ। ਇਹਦੇ ਬਾਵਜੂਦ ਮੁਸਲਮਾਨ ਖਾਲਸੇ ਦੇ ਰਾਜ ਵਿੱਚ ਸੁਖੀ ਵੱਸਦੇ ਰਹੇ ਆ, ਤੇ ਇਹਦੀ ਸਪਸ਼ਟ ਸਭ ਤੋਂ ਵੱਡੀ ਉਦਾਹਰਨ ਜਿਹੜੀ ਜੇ ਦੇਖਣੀ ਹੋਵੇ ਤੇ ਉਹ ਆ ਸ਼ਾਹ ਮੁਹੰਮਦ ਦਾ ਜੰਗਨਾਮਾ, ਕਿ ਜਦੋਂ ਖਾਲਸਾ ਰਾਜ ਖਤਮ ਹੋਇਆ ਤੇ ਕਿਸ ਤਰੀਕੇ ਦੇ ਨਾਲ ਉਹਨੇ ਕਲਮ ਦੇ ਰਾਹੀਂ ਵੈਣ ਪਾਏ ਆ। ਇਹ ਅਸਲ ਵਿੱਚ ਲੜਾਈ ਜਿਹੜੀ ਆ ਇਹ ਇੱਕ ਵਿਚਾਰਧਾਰਾ ਦੀ ਲੜਾਈ ਹੈ। ਉਹ ਵਿਚਾਰਧਾਰਾ ਇੰਦਰਾ ਗਾਂਧੀ ਤੇ ਸੰਤ ਜਰਨੈਲ ਸਿੰਘ ਦੀ ਲੜਾਈ ਨਹੀਂ ਸੀ, ਇਹ ਦੋ ਵਿਚਾਰਧਾਰਾਵਾਂ ਦਾ ਜਿਹੜਾ ਟਕਰਾਅ ਆ। ਉਹਨਾਂ ਦੇ ਜੇ ਅਸੀਂ ਪੜ੍ਹੀਏ ਨਾ ਮਨੂ ਸਿਮਰਤੀ ਜਾਂ ਦੂਜੇ ਜਿਹੜੇ ਆ, ਕਿ ਉਹਦੇ ਵਿੱਚ ਇਹ ਸਪਸ਼ਟ ਹੈ ਕਿ ਬ੍ਰਾਹਮਣ ਤੋਂ ਇਲਾਵਾ ਕਿਸੇ ਨੂੰ ਮਨੁੱਖ ਹੀ ਨਹੀਂ ਮੰਨਿਆ ਜਾ ਸਕਦਾ, ਬਾਕੀ ਬਹੁਤ ਕੀੜੇ ਮਕੌੜੇ ਨੇ ਸਮਝ ਲਓ। ਤੇ ਦੂਜੇ ਪਾਸੇ ਗੁਰਮਤ ਦੀ ਵਿਚਾਰਧਾਰਾ ਜਿਹਦੀ ਪ੍ਰਤੀਨਿਧਤਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਕਰਦੇ ਸੀ, ਉਹ ਐਲਾਨੀਆਂ ਕਹਿੰਦੀ ਆ ਮਾਨਸ ਕੀ ਜਾਤ ਸਭ ਏਕੇ ਪਹਿਚਾਣ ਬੋ, ਵੀ ਸਾਰੇ ਮਨੁੱਖ ਜਿਹੜੇ ਇੱਕ ਬਰਾਬਰ ਨੇ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ। ਕਿਸੇ ਵਿਦਵਾਨ ਦਾ ਕਥਨ ਹੈ ਕਿ ਪੰਜਾਬੀ ਘਰ ਬਣਾਉਣ, ਖਾਣ ਪਹਿਨਣ ਤੇ ਵੱਡੀਆਂ ਗੱਡੀਆਂ ਰੱਖਣ ਦੇ ਬਹੁਤ ਸ਼ੌਕੀਨ ਹੁੰਦੇ ਆ, ਪਰ ਇੱਕ ਪਾਸੋਂ ਇੱਕ ਪੱਖ ਤੋਂ ਉਹ ਗਰੀਬ ਰਹਿੰਦੇ ਆ। ਉਹ ਪੱਖ ਹੈ ਪੁਸਤਕਾਂ ਪੜ੍ਹਨ ਤੋਂ। ਸਾਡੇ ਘਰਾਂ ਦੇ ਵਿੱਚ ਪੁਸਤਕਾਂ ਮੋਸਟਲੀ ਗੁੰਮਸੁੰਮ ਹੋ ਚੁੱਕੀਆਂ ਨੇ, ਪਰ ਅੱਜ ਅਸੀਂ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਪੁਸਤਕਾਂ ਲਿਖ ਕੇ, ਆਰਟੀਕਲ ਲਿਖ ਕੇ ਬਹੁਤ ਕੌਮ ਦੇ ਝੋਲੀ ਪਾਇਆ। ਮੇਰੀ ਮੁਰਾਦ ਹੈ ਸਰਦਾਰ ਬਲਜੀਤ ਸਿੰਘ ਜੀ ਖਾਲਸਾ ਦੇ ਨਾਲ। ਆਪਾਂ ਅੱਜ ਖਾਸ ਕਰਕੇ ਜਿਹੜਾ ਦੁਖਾਂਤ ਸਾਡੇ ਨਾਲ ਵਾਪਰਿਆ, ਤੀਜਾ ਘੱਲੂਘਾਰਾ ਜਿਹੜਾ ਕੌਮ ਨੇ ਦੇਖਿਆ,
ਉਸ ਦੀ ਬਾਬਤ ਵੀ ਆਪਾਂ ਗੱਲਬਾਤ ਕਰਾਂਗੇ, ਕਿਉਂਕਿ ਜ਼ਿਆਦਾਤਰ ਜੋ ਇਹਨਾਂ ਨੇ ਲਿਖਿਆ ਹੈ ਉਹ ਕੌਮੀ ਦਰਦ ਦੇ ਉੱਤੇ ਹੈ। ਆਓ ਜੀ, ਸਰਦਾਰ ਬਲਜੀਤ ਸਿੰਘ ਜੀ, ਤੁਹਾਡਾ ਪੰਜਾਬੀ ਲੋਕ ਚੈਨਲ ਵਿੱਚ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਭਾਈ ਸਾਹਿਬ ਜੀ, ਆਪ ਜੀ ਦੇ ਵੱਲੋਂ ਜਿਹੜਾ ਜ਼ਿਆਦਾਤਰ ਲਿਖਿਆ ਗਿਆ ਉਹ ਕੌਮੀ ਦਰਦ ਦੇ ਉੱਤੇ ਹੈ। 84 ਦਾ ਦੁਖਾਂਤ ਅਸੀਂ ਝੱਲਿਆ। ਤੁਹਾਡੇ ਜਿਹੜੇ ਕਿਤਾਬਾਂ ਲਿਖਣ ਦਾ ਮੋਟਿਵ ਹੈ ਉਹ ਅਸੀਂ ਮੰਨੀਏ ਪ੍ਰੋਫੈਸ਼ਨਲ ਹੈ, ਐਜ ਏ ਸਿੱਖ ਹੋਣ ਦੇ ਨਾਤੇ ਲਿਖਿਆ, ਜਾਂ ਫਿਰ ਕੌਮੀ ਦਰਦ ਹੈ? ਇਹਦਾ ਸਭ ਤੋਂ ਪਹਿਲਾਂ ਸਾਡਾ ਇਹੀ ਆਪ ਜੀ ਦੇ ਅੱਗੇ ਕੁਐਸਚਨ ਹੈ ਵੀ ਜਿਹੜਾ ਤੁਹਾਡੇ ਪੁਸਤਕਾਂ ਲਿਖਣ ਦਾ ਮਨੋਰਥ ਕੀ ਹੈ? ਹਾਂਜੀ ਵੀਰ ਜੀ, ਇਹ ਲਿਖਣ ਦਾ ਮਨੋਰਥ ਜਿਹੜਾ ਤੁਸੀਂ ਪੁੱਛਿਆ, ਅਸਲ ਗੱਲ ਇਹ ਆ ਕਿ 1984 ਦੇ ਘੱਲੂਘਾਰੇ ਤੋਂ ਬਾਅਦ ਜਿਹੜਾ ਕਿ ਸਾਡੀ ਕੌਮ ਦੀ ਵੱਡੀ ਗਿਣਤੀ ਜਿਹੜੀ ਆ ਵੀ ਉਹਨੂੰ ਇਹ ਅਹਿਸਾਸ ਹੀ ਉਦੋਂ ਹੋਇਆ ਕਿ ਅਸੀਂ ਕੀ ਆ, ਤੇ ਸਾਡੇ ਨਾਲ ਜਿਹੜੀ ਆ ਇਸ ਵੇਲੇ ਹਿੰਦੁਸਤਾਨ ਦੀ ਹਕੂਮਤ ਉਹਦੀ ਕੀ ਦੁਸ਼ਮਣੀ ਆ, ਕਿਸ ਵਿਚਾਰਧਾਰਾ ਨੂੰ ਉਹ ਜਿਹੜੀ ਆ ਦੇ ਆਧਾਰ ਦੇ ਉੱਤੇ ਸਾਡੇ ਨਾਲ ਵੈਰ ਕਮਾਉਂਦੀ ਹੈ। ਤੇ ਅਸੀਂ ਕਿਉਂਕਿ ਉਸ ਦੌਰ ਦੇ ਵਿੱਚ 1984 ਦੇ ਵਿੱਚ 13-14 ਸਾਲ ਉਮਰ ਸੀਗੀ ਸਾਰੀ, ਤੇ ਉਹ ਦੌਰ ਜਿਹੜਾ ਬਹੁਤ ਘਟਨਾਵਾਂ ਜਿਹੜੀਆਂ ਅੱਖੀਂ ਦੇਖੀਆਂ ਬਾਅਦ ਵਿੱਚ ਹੰਢਾਈਆਂ ਵੀ, ਤੇ ਅਸੀਂ ਵੇਖਿਆ ਕਿ ਇੱਕ ਪਾਸੇ ਜ਼ੁਲਮ ਤੇ ਜ਼ਬਰ ਵੀ ਜਿਹੜਾ ਸਿੱਖਾਂ ਦੇ ਉੱਤੇ ਕੀਤਾ ਜਾ ਰਿਹਾ, ਸਿੱਖ ਜਵਾਨੀ ਨੂੰ ਹੀ ਕੋਹ ਕੇ ਕਤਲ ਕੀਤਾ ਜਾ ਰਿਹਾ, ਸਿੱਖਾਂ ਦੀਆਂ ਹੀ ਧੀਆਂ ਭੈਣਾਂ ਦੀ ਬੇਪਤੀ ਕੀਤੀ ਜਾ ਰਹੀ ਹੈ, ਤੇ ਇਹਦੇ ਬਾਵਜੂਦ ਜਿਹੜਾ ਕਿ ਦੁਨੀਆ ਭਰ ਦੇ ਵਿੱਚ ਸਿੱਖਾਂ ਨੂੰ ਹੀ ਅੱਤਵਾਦੀ, ਵੱਖਵਾਦੀ, ਦਹਿਸ਼ਤਗਰਦ ਤੇ ਪਤਾ ਨਹੀਂ ਕੀ ਕੁਝ ਕਹਿ ਕੇ ਬਦਨਾਮ ਕੀਤਾ ਜਾ ਰਿਹਾ। ਤੇ ਇਹਦੇ ਜਿਹੜਾ ਨਾ ਇਹ ਸਰਕਾਰੀ ਇੱਕ ਜ਼ਬਰ ਤੇ ਦੂਜਾ ਸਰਕਾਰੀ ਕੂੜ ਪ੍ਰਚਾਰ, ਤੇ ਇਹਨਾਂ ਦੋਨਾਂ ਦਾ ਹੀ ਦੋਨਾਂ ਫਰੰਟਾਂ ਦੇ ਉੱਤੇ ਜਿਹੜਾ ਕਿ ਮੁਕਾਬਲਾ ਕਰਨ ਦੀ ਜਿਹੜੀ ਆ ਲੋੜ ਹਰੇਕ ਸਿੱਖ ਨੂੰ ਮਹਿਸੂਸ ਹੋ ਰਹੀ ਸੀ। ਤੇ ਇਹਨਾਂ ਦੋਨਾਂ ਫਰੰਟਾਂ ਦੇ ਉੱਤੇ ਜਿਹੜਾ ਕਿ ਜੁਝਾਰੂ ਫਰੰਟ ਦੇ ਉੱਤੇ ਵੀ ਬਹੁਤ ਨੌਜਵਾਨਾਂ ਨੇ ਜਿਹੜਾ ਕਿ ਤਿੱਖੀ ਟੱਕਰ ਜਿਹੜੀ ਆ ਕਿ ਦਿੱਤੀ। ਤੇ ਦੂਜੀ ਜਿਹੜੀ ਗੱਲ ਹੈ ਅਸੀਂ ਮਹਿਸੂਸ ਕੀਤੀ ਖਾਸ ਤੌਰ ਤੇ ਜਿਹੜਾ ਕਿ 1984 ਤੋਂ ਬਾਅਦ ਜਿਹੜੀ ਤਕਰੀਬਨ 1992, 93, 94 ਤੱਕ ਜਿਹੜੀ ਆ ਕਿ ਪੰਜਾਬ ਦੇ ਵਿੱਚ ਜੁਝਾਰੂ ਲਹਿਰ ਚੱਲੀ, ਉਹਦੇ ਵਿੱਚ ਤੇ ਤਕਰੀਬਨ ਕਈ ਪੱਤਰਕਾਰ, ਕਈ ਅਖਬਾਰਾਂ ਜਿਹੜੀਆਂ ਨੇ ਜਿਵੇਂ ਕਿ ਹੁੰਦਾ ਕਿ ਹਮੇਸ਼ਾ ਜਿਨ੍ਹਾਂ ਦੀ ਫਿਤਰਤ ਹੁੰਦੀ ਆ ਕਿ ਇੱਕ ਤਾਕਤਵਰ ਧਿਰ ਦੇ ਨਾਲ ਜੁੜ ਕੇ ਰਹਿਣਾ, ਉਹ ਵਧੀਆ ਤਰੀਕੇ ਦੇ ਨਾਲ ਜੁਝਾਰੂ ਲਹਿਰ ਦੀ ਗੱਲ ਵੀ ਕਰਦੀਆਂ ਰਹੀਆਂ। ਜੁਝਾਰੂ ਲਹਿਰ ਦੀਆਂ ਜਿਹੜੀਆਂ ਚੰਗੀਆਂ ਗੱਲਾਂ ਉਹਨਾਂ ਨੂੰ ਸਾਹਮਣੇ ਵੀ ਲਿਆਉਂਦੀਆਂ ਰਹੀਆਂ, ਤੇ ਸਰਕਾਰ ਦੀਆਂ ਜਿਹੜੀਆਂ ਜਾਬਰ ਪਾਲਿਸੀਆਂ ਨੇ, ਘਟੀਆ ਨੀਤੀਆਂ, ਚਾਣਕੀਆ ਨੀਤੀਆਂ, ਉਹਨਾਂ ਦਾ ਪਰਦਾਫਾਸ਼ ਵੀ ਕਰਦੀਆਂ ਰਹੀਆਂ। ਪਰ ਜਿਸ ਵੇਲੇ ਇਹ ਮਹਿਸੂਸ ਹੋਇਆ ਕਿ ਪੰਜਾਬ ਦੇ ਅੰਦਰ ਜਿਹੜਾ ਕਿ ਜੁਝਾਰੂ ਲਹਿਰ ਥੋੜ੍ਹੀ ਜਿਹੜੀ ਆ ਕਿ ਮੱਧਮ ਪੈਣ ਲੱਗੀ ਹੈ, ਉਸ ਵੇਲੇ ਉਹਨਾਂ ਸਾਰਿਆਂ ਨੇ ਇੱਕਦਮ ਰੰਗ ਬਦਲਿਆ ਤੇ ਜੁਝਾਰੂ ਲਹਿਰ ਦੇ ਖਿਲਾਫ ਭੁਗਤਣਾ ਸ਼ੁਰੂ ਹੋ ਗਏ। ਤੇ ਉਹਨਾਂ ਦੀਆਂ ਲਿਖਤਾਂ ਜਿਹੜੀਆਂ ਅਖਬਾਰਾਂ ਜਿਹੜੀਆਂ ਸੀ ਕੱਲ੍ਹ ਤੱਕ ਜਿਹੜੀਆਂ ਜੁਝਾਰੂ ਲਹਿਰ ਦੀਆਂ ਸਿਫਤਾਂ ਕਰਦੀਆਂ ਸੀ, ਵੀ ਉਹ ਉਹਨਾਂ ਦੇ ਐਂਟੀ ਜਿਹੜਾ ਕਿ ਉਹਨਾਂ ਨੇ ਲਿਖਣਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਜਿਹੜੀ ਆ ਕਿ ਇਹ ਲੋੜ ਮਹਿਸੂਸ ਹੋਈ ਕਿ ਇਸ ਵੇਲੇ ਜਿਹੜਾ ਕਿ ਕਲਮ ਦੇ ਖੇਤਰ ਦੇ ਵਿੱਚ ਮੋਰਚਾ ਸੰਭਾਲਣ ਦੀ ਲੋੜ ਹੈ, ਤੇ ਇਹ ਉਦੋਂ ਤੋਂ ਹੀ ਲਿਖਣਾ ਸ਼ੁਰੂ ਕੀਤਾ ਕਿ ਜਿਹੜਾ ਕਿ ਸਾਡੀ ਨਸਲਕੁਸ਼ੀ ਵੀ ਸਾਡੀ ਕੀਤੀ ਗਈ, ਤੇ ਬਦਨਾਮ ਵੀ ਜਿਹੜਾ ਦੁਨੀਆ ਭਰ ਦੇ ਵਿੱਚ ਸਾਨੂੰ ਕੀਤਾ ਜਾ ਰਿਹਾ, ਤੇ ਅਸੀਂ ਕੀ ਆ ਤੇ ਸਾਡੇ ਨਾਲ ਕੀ ਕੁਝ ਹੋਇਆ, ਇਹ ਦੁਨੀਆ ਦੇ ਸਾਹਮਣੇ ਲਿਆਉਣ ਲਈ ਜਿਹੜਾ ਕਿ ਇਹ ਕਲਮ ਚੁੱਕੀ, ਤੇ ਉਦੋਂ ਤੋਂ ਇਹ ਸਫ਼ਰ ਜਿਹੜਾ ਇਹ ਨਿਰੰਤਰ ਜਿਹੜਾ ਚੱਲਦਾ ਆ ਰਿਹਾ। ਜੀ ਖਾਲਸਾ ਜੀ, ਜਿਵੇਂ ਇਹ ਇਤਿਹਾਸ 6 ਦਿਨ ਦਾ ਹੈ, ਤੇ ਅਸੀਂ ਆਮ ਕਰਕੇ 6 ਦਿਨ ਜਿੰਨੇ ਵੀ ਮੀਡੀਆ ਵਾਲੇ ਹੁੰਦੇ ਆ ਬਹੁਤ ਸਰਗਰਮ ਹੁੰਦੇ ਆ, ਪੀੜਤਾਂ ਨੂੰ ਜਾ ਕੇ ਮਿਲਿਆ ਵੀ ਜਾਂਦਾ ਹੈ ਵੀ ਗੱਲਬਾਤ ਕੀਤੀ ਜਾਵੇ। ਤੁਹਾਡੀ ਨਜ਼ਰ ਦੇ ਮੁਤਾਬਕ ਇਹ 6 ਦਿਨ ਦਾ ਇਤਿਹਾਸ ਹੈ, 6 ਦਿਨ ਚ ਖਤਮ ਹੋ ਜਾਂਦਾ ਹੈ ਲਿਖਤੀ ਰੂਪ ਦੇ ਵਿੱਚ, ਜਾਂ ਇਸ ਨੂੰ ਸਦੀਆਂ ਤੱਕ ਜਾਂ ਸਾਲਾਂ ਬੱਧੀ ਲਿਖਿਆ ਜਾਣਾ ਚਾਹੀਦਾ, ਜਾਂ ਲਿਖਿਆ ਜਾਏਗਾ ਹੋਰ? ਨਹੀਂ, ਗੱਲ ਇਹ ਆ ਕਿ ਇਹ ਜਿਹੜਾ ਇੱਕ ਘੱਲੂਘਾਰਾ ਜਿਹੜਾ 1984 ਦੇ ਵਿੱਚ ਵਾਪਰਿਆ, ਵੀ ਇਹਦੇ ਨਾਲ ਸਾਡੀ ਕੌਮ ਦੀ ਆਤਮਾ ਜਿਹੜੀ ਆ ਉਹ ਝੰਜੋੜੀ ਗਈ, ਜ਼ਖਮੀ ਹੋ ਗਈ। ਤੇ ਇਸ ਤਰ੍ਹਾਂ ਦੇ ਜਿਹੜੇ ਘੱਲੂਘਾਰੇ ਹੁੰਦੇ ਆ,
ਵੀ ਇਹ ਜਦੋਂ ਤੱਕ ਕੌਮਾਂ ਜਿਉਂਦੀਆਂ ਨੇ ਜੀ ਤੇ ਉਦੋਂ ਤੱਕ ਇਹਨਾਂ ਦੇ ਜ਼ਖਮ ਜਿਹੜੇ ਉਹ ਵੀ ਜਿਉਂਦੇ ਰਹਿੰਦੇ ਆ। ਜੀ ਤੇ ਦੁਸ਼ਮਣ ਦੀ ਜਿਹੜੀ ਇਹ ਕੋਸ਼ਿਸ਼ ਹੁੰਦੀ ਆ ਕਿ ਜਿਸ ਕੌਮ ਦੀ ਨਸਲਕੁਸ਼ੀ ਕਰਨੀ ਹੈ, ਜਿਨ੍ਹਾਂ ਨੂੰ ਖਤਮ ਕਰਨ ਦਾ ਟੀਚਾ ਉਹਨਾਂ ਨੇ ਮਿਥਿਆ, ਵੀ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਕਿ ਉਹਨਾਂ ਦਾ ਦੀ ਜਿਹੜੀਆਂ ਅਗਲੀਆਂ ਪੀੜ੍ਹੀਆਂ ਨੇ ਵੀ ਉਹਨਾਂ ਤੋਂ ਉਹਨਾਂ ਦਾ ਇਤਿਹਾਸ ਹੀ ਖੋਲਿਆ ਜਾਵੇ, ਉਹਨਾਂ ਨੂੰ ਵੱਖਰੇ ਹੀ ਕਿਸੇ ਚੱਕਰਵਿਊਹ, ਰੰਗੀਨ ਚੱਕਰਵਿਊਹ ਦੇ ਵਿੱਚ ਜਿਹੜਾ ਕਿ ਘੁਮਾ ਦਿੱਤਾ ਜਾਵੇ ਕਿ ਉਹ ਆਪਣੇ ਇਤਿਹਾਸ ਤੋਂ ਜਾਣੂ ਨਾ ਹੋ ਸਕਣ। ਤੇ ਕੋਸ਼ਿਸ਼ ਲਗਾਤਾਰ ਜਿਹੜੀ ਆ ਕਿ ਭਾਰਤੀ ਸਟੇਟ ਵੀ ਕਰਦੀ ਆ ਰਹੀ ਹੈ ਕਿ 1984 ਦਾ ਘੱਲੂਘਾਰਾ ਜਿਹੜਾ ਇਹ ਸਿੱਖਾਂ ਦੇ ਮਨਾਂ ਦੇ ਵਿੱਚੋਂ ਵਿਸਾਰ ਦਿੱਤਾ ਜਾਵੇ। ਇਹ ਕੋਸ਼ਿਸ਼ਾਂ ਉਦੋਂ ਤੋਂ ਹੀ ਸ਼ੁਰੂ ਹੋ ਗਈਆਂ ਸੀ ਜਦੋਂ ਇਹ ਘੱਲੂਘਾਰਾ ਵਾਪਰੇ ਨੂੰ ਕੁਝ ਦਿਨ ਹੀ ਹੋਏ ਸੀ, ਕਿਉਂਕਿ ਇਹ ਨਿਸ਼ਾਨੀਆਂ ਜਿਹੜੀਆਂ ਘੱਲੂਘਾਰੇ ਦੀਆਂ ਇਹਨਾਂ ਨੇ ਉਦੋਂ ਹੀ ਮਿਟਾਉਣੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ। ਤੇ ਕੋਸ਼ਿਸ਼ ਇਹਨਾਂ ਨੇ ਇਹ ਕੀਤੀ ਸੀਗੀ ਕਿ ਦਰਬਾਰ ਸਾਹਿਬ ਸੰਗਤਾਂ ਦੇ ਦਰਸ਼ਨਾਂ ਲਈ ਉਦੋਂ ਹੀ ਖੋਲ੍ਹਿਆ ਜਾਵੇ ਕਿ ਜਦੋਂ ਜਿਹੜੇ ਨਿਸ਼ਾਨ ਨੇ ਉਹ ਵੱਧ ਤੋਂ ਵੱਧ ਮਿਟਾ ਦਿੱਤੇ ਜਾਣ ਇਹਦੇ। ਤੇ ਇਹਦੀਆਂ ਨਿਸ਼ਾਨੀਆਂ ਮਿਟਾਉਣ ਦਾ ਜਿਹੜਾ ਅਮਲ ਜਿਹੜਾ ਉਦੋਂ ਤੋਂ ਲਗਾਤਾਰ ਜਿਹੜਾ ਕਿ ਭਾਰਤੀ ਹਕੂਮਤ ਵੱਲੋਂ ਕੀਤਾ ਜਾ ਰਿਹਾ। ਅਸਲ ਵਿੱਚ ਇੱਕ ਜੰਗ ਜਿਹੜੀ ਆ ਉਹ ਹੁਣ ਇਹ ਆ ਕਿ ਸਟੇਟ ਜਿਹੜੀ ਆ ਵੀ ਉਹਦਾ ਜ਼ੋਰ ਇਹ ਲੱਗਾ ਕਿ ਸਿੱਖਾਂ ਨੂੰ ਹੀ ਭੁਲਾ ਦਿੱਤਾ ਜਾਵੇ। ਤੇ ਸਿੱਖ ਚਿੰਤਕ ਜਿਹੜੇ ਨੇ ਉਹਨਾਂ ਦਾ ਜ਼ੋਰ ਇਹ ਆ ਕਿ ਅਸੀਂ ਇਹ ਸਾਕਾ ਜਿਹੜਾ ਸਿੱਖਾਂ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਜਿਹੜਾ ਇਹ ਭੁੱਲਣ ਨਹੀਂ ਦੇਣਾ, ਸਿੱਖ ਰਹਿੰਦੀ ਦੁਨੀਆ ਤੱਕ ਇਸ ਸਾਕੇ ਨੂੰ ਯਾਦ ਰੱਖਣ ਤਾਂ ਕਿ ਉਹਨਾਂ ਨੂੰ ਅਹਿਸਾਸ ਹੁੰਦਾ ਰਹੇ ਕਿ ਸਾਡੀ ਕੌਮ ਜਿਹੜੀ ਹੈ ਵੀ ਉਹ ਕੀ ਹੈ। ਤੇ ਇਹ ਜਿਹੜੀ ਵਿਚਾਰਧਾਰਾ ਦੇ ਲੋਕ ਜਿਹੜੇ ਇਸ ਦੇਸ਼ ਦੇ ਉੱਤੇ ਰਾਜ ਕਰ ਰਹੇ ਉਹਨਾਂ ਦਾ ਸਾਡੀ ਕੌਮ ਨਾਲ ਕਿਸ ਸਿਧਾਂਤਕ ਨੁਕਤੇ ਦੇ ਉੱਤੇ ਵੈਰ ਹੈ। ਤੁਹਾਡੇ ਕਹਿਣ ਦਾ ਭਾਵ ਹੈ ਕਿ ਜਿੰਨਾ ਜ਼ੋਰ ਸਟੇਟ ਦਾ ਲੱਗਿਆ ਹੋਇਆ ਵੀ ਇਸ ਨੂੰ ਭੁਲਾਇਆ ਜਾਵੇ ਤੇ ਸਾਡੇ ਕੋਲ ਇੱਕੋ ਇੱਕ ਰਾਹ ਬਚਦਾ ਹੈ ਵੀ ਅਸੀਂ ਇਸ ਨੂੰ ਕੰਟੀਨਿਊਟੀ ਲਿਖਦੇ ਰਹੀਏ ਇਤਿਹਾਸ ਨੂੰ। ਹਾਂਜੀ ਹਾਂਜੀ ਬਿਲਕੁਲ ਜੀ, ਇਹਦੇ ਇੱਕ ਬਹੁਤ ਜ਼ਰੂਰੀ ਆ ਕਿ ਇਹ ਤੇ ਦੁਨੀਆ ਭਰ ਦੇ ਜਿਹੜੇ ਵਿਦਵਾਨ ਨੇ ਉਹਨਾਂ ਨੇ ਵੀ ਲਿਖਿਆ ਕਿ ਜੇ ਕਿਸੇ ਵੀ ਕੌਮ ਨੂੰ ਤੁਸੀਂ ਖਤਮ ਕਰਨਾ ਜੀ ਤੇ ਉਹਦੇ ਲਈ ਸਭ ਤੋਂ ਪਹਿਲਾ ਕੰਮ ਇਹ ਆ ਕਿ ਉਹਦੀ ਯਾਦ ਸ਼ਕਤੀ ਨੂੰ ਭੁਲਾ ਦਿਓ, ਉਹਦਾ ਇਤਿਹਾਸ ਨਸ਼ਟ ਕਰ ਦਿਓ, ਉਹਦੀਆਂ ਕਿਤਾਬਾਂ ਜਿਹੜੀਆਂ ਖਤਮ ਕਰ ਦਿਓ ਤੇ ਛੇਤੀ ਉਹ ਕੌਮ ਭੁੱਲ ਹੀ ਜਾਊਗੀ ਕਿ ਮੈਂ ਕੀ ਆ। ਤੇ ਇਹ ਜਿਹੜੇ ਹਰਬੇ ਜਿਹੜੇ ਆ ਕਿ ਇਹ ਸਾਡੇ ਉੱਤੇ ਵਰਤੇ ਜਾ ਰਹੇ ਲਗਾਤਾਰ 1984 ਤੋਂ ਲੈ ਕੇ ਹੁਣ ਤੱਕ ਵਰਤੇ ਜਾ ਰਹੇ ਆ। ਤੇ ਅਸੀਂ ਜਿਹੜਾ ਸਾਡੀ ਲੜਾਈ ਜਿਹੜੀ ਆ ਉਹ ਇਹ ਆ ਕਿ ਅਸੀਂ ਇਹ ਹਕੂਮਤੀ ਸਾਜ਼ਿਸ਼ਾਂ ਜਿਹੜੀਆਂ ਨੇ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਣਾ। ਜੀ ਤੁਸੀਂ ਕਹਿ ਰਹੇ ਵੀ ਸਟੇਟ ਵੱਲੋਂ, ਹਕੂਮਤ ਵੱਲੋਂ ਇਹ ਹਰਬੇ ਵਰਤੇ ਜਾ ਰਹੇ ਆ ਵੀ ਇਹਨਾਂ ਨੂੰ ਇਤਿਹਾਸ ਭੁਲਾਇਆ ਜਾਵੇ। ਕੋਈ ਇੱਕ ਅੱਧੀ ਐਗਜ਼ਾਮਪਲ ਦੇ ਸਕਦੇ ਵੀ ਉਹਨਾਂ ਵੱਲੋਂ ਕਿਹੜੇ ਉਹ ਕੰਮ ਕੀਤੇ ਜਾ ਰਹੇ ਆ ਵੀ ਜਿਹੜਾ ਨੌਜਵਾਨ ਵਰਗ ਇਸ ਪਾਸੇ ਵੱਲ ਧਿਆਨ ਹੀ ਨਾ ਦੇ ਸਕੇ? ਹਾਂ ਦੇਖੋ, ਇਹ ਆ ਕਿ 1984 ਤੋਂ ਲੈ ਕੇ ਜਿਹੜਾ ਕਿ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਘੱਲੂਘਾਰਾ ਵਾਪਰਿਆ ਇਹਦੇ ਨਿਸ਼ਾਨ ਤੇ ਇਹਨਾਂ ਨੇ ਉਦੋਂ ਤੋਂ ਹੀ ਮਿਟਾਉਣੇ ਸ਼ੁਰੂ ਕਰ ਦਿੱਤੇ ਸੀ। ਬਾਕੀ ਰਹਿ ਗਏ ਕਿ ਸਿੱਖਾਂ ਦੇ ਮਨਾਂ ਦੇ ਵਿੱਚ ਜਿਹੜੇ ਨਿਸ਼ਾਨ ਨੇ ਵੀ ਉਹਨਾਂ ਨੂੰ ਮਿਟਾਉਣ ਦੇ ਲਈ ਜਿਹੜਾ ਕਿ ਬੜਾ ਕੁਛ ਜਿਹੜਾ ਕਿ ਲੱਚਰਤਾ, ਮੀਡੀਆ, ਲੱਚਰ ਗਾਇਕੀ ਜਿਹੜੀ ਆ ਕਿ ਉਹਨੂੰ ਬੜਾਵਾ ਦਿੱਤਾ ਗਿਆ ਪੰਜਾਬ ਦੇ ਵਿੱਚ। ਤੁਸੀਂ ਵੇਖੋ ਕਿ 1992 ਤੋਂ ਬਾਅਦ ਲਗਾਤਾਰ ਜਿਹੜਾ ਕਿ ਪੰਜਾਬ ਦੇ ਵਿੱਚ ਸੱਭਿਆਚਾਰ ਦੇ ਨਾਂ ਹੇਠ ਜਿਹੜੇ ਆ ਕਿ ਪਿੰਡਾਂ ਦੇ ਵਿੱਚ ਜਿਹੜੇ ਅਖਾੜੇ ਲਾਉਣ ਸ਼ੁਰੂ ਕਰ ਦਿੱਤੇ ਗਏ। ਤੇ ਇਹਦੇ ਵਿੱਚ ਪੰਜਾਬ ਪੁਲਿਸ ਜਿਹੜੀ ਆ, KPS ਗਿੱਲ ਖਾਸ ਤੌਰ ਤੇ ਜਿਹੜਾ ਕਿ ਪੁਲਿਸ ਦਾ ਡਾਇਰੈਕਟਰ ਜਨਰਲ ਸੀਗਾ, ਉਹਦੇ ਵੱਲੋਂ ਵਿਸ਼ੇਸ਼ ਰੋਲ ਇੱਕ ਨਿਭਾਇਆ ਜਾ ਰਿਹਾ ਸੀ। ਉਹਦਾ ਮਕਸਦ ਸਿਰਫ ਇਹੀ ਸੀਗਾ ਕਿ ਸਿੱਖਾਂ ਦੀ ਜਿਹੜੀ ਅਗਲੀ ਪੀੜ੍ਹੀ ਆ ਵੀ ਉਹਨਾਂ ਨੂੰ ਜਿਹੜੀ ਆ ਕਿ ਇਹ ਲੱਚਰ ਗਾਇਕੀ ਦੇ ਘਟੀਆ ਪੱਧਰ ਦੀ ਗਾਇਕੀ ਜਿਹੜੀ ਆ, ਇਹਦੇ ਫੋਕੇ ਲਲਕਾਰੇ ਇੱਦਾਂ ਦੇ ਜਿਹੜੇ ਆ ਕਿ ਨੀਵੇਂ ਪੱਧਰ ਦੇ ਜਿਹੜੇ ਇਸ਼ਕ ਮੁਸ਼ਕ ਦੀਆਂ ਜਿਹੜੀਆਂ ਕਵਿਤਾਵਾਂ ਜਾਂ ਕਹਾਣੀਆਂ ਜਾਂ ਗੀਤ ਜਿਹੜੇ ਆ ਵੀ ਉਹਨਾਂ ਦੇ ਵਿੱਚ ਇੰਨਾ ਜ਼ਿਆਦਾ ਗਲਤਾਨ ਕਰ ਦਿੱਤਾ ਜਾਵੇ ਕਿ ਉਹ ਆਪਣੇ ਮੂਲ ਨੂੰ, ਆਪਣੇ ਇਤਿਹਾਸ ਨੂੰ, ਆਪਣੇ ਨਾਲ ਕੀ ਵਾਪਰਿਆ ਤੇ ਸਾਡਾ ਨਿਸ਼ਾਨਾ ਕੀ, ਉਹ ਸਾਰਾ ਕੁਝ ਭੁੱਲ ਭੁਲਾਈ ਜਾਵੇ। ਤੇ ਇਹ ਜਿਹੜੇ ਆ ਯਤਨ ਜਿਹੜੇ ਆ ਕਿ ਉਦੋਂ ਤੋਂ ਲੈ ਕੇ ਲਗਾਤਾਰ ਜਾਰੀ ਨੇ ਹੁਣ। ਤੇ ਇਹਦੇ ਵਿੱਚ ਜਿਹੜਾ ਕਿ ਕਈ ਤਰ੍ਹਾਂ ਦੀਆਂ ਫਿਲਮਾਂ, ਕਈ ਤਰ੍ਹਾਂ ਦੇ TV ਸੀਰੀਅਲ ਜਿਹੜੇ ਆ ਕਿ ਇੱਦਾਂ ਦੇ ਜਿਹੜੇ ਆ ਕਿ ਉਹਨਾਂ ਵੱਲੋਂ ਬਣਾਏ ਜਾ ਰਹੇ। ਇਸ ਤੋਂ ਇਲਾਵਾ ਜਿਹੜੀਆਂ ਕਿ ਕਈ ਤਰੀਕੇ ਦੀਆਂ ਜਿਹੜੀਆਂ ਕਿ ਇਹਨਾਂ ਦੇ ਇੰਟੈਲੀਜੈਂਸ ਵੱਲੋਂ ਕਿਤਾਬਾਂ, ਲਿਟਰੇਚਰ ਜਿਹੜਾ ਲਿਖਵਾਇਆ ਵੀ ਗਿਆ, ਜਿਹਦੇ ਵਿੱਚ ਕਿ ਪੰਜਾਬ ਦੀ ਜੁਝਾਰੂ ਲਹਿਰ ਨੂੰ ਕਿਸੇ ਵੀ ਤਰੀਕੇ ਜਿਹੜਾ ਬਦਨਾਮ ਕਰਨ ਦਾ ਯਤਨ ਕੀਤਾ ਜਾ ਰਿਹਾ। ਕਈ ਕੈਟ ਜਿਹੜੇ ਨੇ ਕਿ ਉਹਨਾਂ ਦੀਆਂ ਜਿਹੜੀਆਂ ਇੰਟਰਵਿਊ ਅੱਜ ਵੀ ਜਿਹੜੀਆਂ ਅਪਲੋਡ ਕੀਤੀਆਂ ਜਾ ਰਹੀਆਂ ਨੇ
ਕਿ ਜਿਹਦੇ ਵਿੱਚ ਜਿਹੜਾ ਕਿ ਉਹ ਬੜੇ ਨੀਵੇਂ ਪੱਧਰ ਤੇ ਜੁਝਾਰੂ ਸਿੰਘਾਂ ਨੂੰ ਜਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਆ ਕਈ, ਕਿਉਂਕਿ ਇਹਨਾਂ ਵੱਲੋਂ ਇੱਦਾਂ ਦੇ ਯਤਨ ਵੀ ਕੀਤੇ ਜਾ ਰਹੇ ਆ ਕਿ ਜਿਹੜੇ ਇੰਟੈਲੀਜੈਂਸ ਦੇ ਵਿੱਚ ਰਹੇ ਨੇ ਅਫਸਰ ਜਿਹੜੇ ਆ ਰਿਟਾਇਰ ਹੋਣ ਤੋਂ ਬਾਅਦ, ਉਹਨਾਂ ਦੇ ਰਾਹੀਂ ਕੁਝ ਅਜਿਹਾ ਵੀ ਲਿਖਵਾਇਆ ਜਾਂਦਾ ਕਿ ਜਿਹੜਾ ਸਿੱਖ ਕਹਿੰਦੇ ਵੀ ਹਾਂ ਵਾਕਿਆ ਜਿਹੜੀ ਗੱਲ ਹੈ ਇਹ ਇਹਨੇ ਸੱਚੀ ਕੀ ਹੈ। ਪਰ ਅੱਗੇ ਜਾ ਕੇ ਜਿਹੜਾ ਕਿ ਬੜੇ ਗਲਤ ਆਪਣੇ ਸ਼ਾਤਰ ਤਰੀਕੇ ਦੇ ਨਾਲ ਜਿਹੜਾ ਕਿ ਜੁਝਾਰੂ ਲਹਿਰ ਨੂੰ, ਜੁਝਾਰੂ ਸੂਰਮਿਆਂ ਨੂੰ ਬਦਨਾਮ ਕਰਨ ਦਾ ਵੀ ਯਤਨ ਕਰਦੇ ਆ। ਤੇ ਇਹ ਜਿਹੜੀਆਂ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਸਾਜ਼ਿਸ਼ਾਂ ਇਸ ਤਰ੍ਹਾਂ ਦੀਆਂ ਚੱਲ ਰਹੀਆਂ ਨੇ ਕਿ ਜਿਨ੍ਹਾਂ ਦਾ ਅਜੇ ਅਸੀਂ ਸਮਝਦੇ ਹਾਂ ਕਿ ਸਾਡੇ ਚਿੰਤਕਾਂ ਨੇ ਵੱਡੇ ਪੱਧਰ ਦੇ ਉੱਤੇ ਨੋਟਿਸ ਵੀ ਨਹੀਂ ਲਿਆ। ਤੇ ਇਹ ਹਰੇਕ ਪੱਧਰ ਦੇ ਉੱਤੇ ਸਾਨੂੰ ਇਹਦਾ ਮੁਕਾਬਲਾ ਕਰਨ ਦੇ ਲਈ ਇਹ ਜ਼ਰੂਰੀ ਆ ਕਿ ਸਾਡੀ ਜੁਝਾਰੂ ਲਹਿਰ ਕੀ ਸੀਗੀ, ਸਾਡੀ ਨਸਲਕੁਸ਼ੀ ਜਿਹੜੀ ਆ ਕਿਸ ਤਰੀਕੇ ਦੇ ਨਾਲ ਕੀਤੀ ਗਈ, ਕਿਸ ਤਰ੍ਹਾਂ ਜਿਹੜੀਆਂ ਕਿ ਸਾਨੂੰ ਮਾਰਿਆ ਗਿਆ, ਕਿਵੇਂ ਸਾਨੂੰ ਬਦਨਾਮ ਕਰਨ ਦੇ ਯਤਨ ਕੀਤੇ ਗਏ, ਇਹ ਸਾਰਾ ਕੁਝ ਜਿਹੜਾ ਕਿ ਲਿਟਰੇਚਰ ਦੇ ਰੂਪ ਵਿੱਚ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਸੰਭਾਲ ਦਈਏ, ਤਾਂ ਕਿ ਜਦੋਂ ਉਹਨਾਂ ਦੇ ਲਈ ਭਵਿੱਖ ਦੇ ਵਿੱਚ ਇੱਦਾਂ ਦਾ ਕੋਈ ਚਾਨਣ ਮੁਨਾਰਾ ਵੀ ਹੋਵੇ, ਕਿਉਂਕਿ ਉਹਨਾਂ ਦੇ ਦੁਆਲੇ ਇੱਕ ਹਨੇਰੇ ਦਾ ਚੱਕਰ ਵੀ ਸਿਰਜਿਆ ਜਾ ਰਿਹਾ ਤੇ ਜਿਹਦੇ ਵਿੱਚ ਜ਼ਰੂਰੀ ਹੈ ਕਿ ਅਸੀਂ ਇਸ ਤਰ੍ਹਾਂ ਦੇ ਲਿਟਰੇਚਰ ਦੇ ਰਾਹੀਂ ਚਾਨਣ ਮੁਨਾਰੇ ਜਿਹੜੇ ਆ ਉਹ ਕੁਝ ਸਥਾਪਿਤ ਕਰ ਜਾਈਏ। ਜੀ ਖਾਲਸਾ ਜੀ, ਜਿਵੇਂ ਤੁਹਾਡੇ ਵੱਲੋਂ ਇੱਕ ਬੰਗਾਰ ਮੈਗਜ਼ੀਨ ਵੀ ਨਿਕਲਦਾ ਹੈਗਾ, ਜਿਵੇਂ ਬੰਗਾਰ ਜੇ ਅਸੀਂ ਪੁੱਛੀਏ ਤੁਹਾਨੂੰ, ਇਹ ਬੰਗਾਰ ਹੈ ਕਿਸ ਨੂੰ ਹੈ? ਦੁਸ਼ਮਣਾਂ ਨੂੰ ਹੈ ਜਾਂ ਫਿਰ ਸਿਆਸਤਦਾਨਾਂ ਨੂੰ ਹੈ ਜਾਂ ਫਿਰ ਕੌਮੀ ਦਰਦੀਆਂ ਜਾਂ ਸਿੱਖ ਜਿਹੜਾ ਸਾਡਾ ਇਸ ਸਮੇਂ ਭੁੱਲ ਚੁੱਕਾ ਕਾਫੀ ਕੁਛ ਉਹਨਾਂ ਨੂੰ ਹੈ? ਇਹ ਬੰਗਾਰ ਹੈ ਕਿਸ ਨੂੰ? ਹਾਂਜੀ, ਇਹ ਬੰਗਾਰ ਅਸਲ ਵਿੱਚ ਆਪਣੀ ਕੌਮ ਨੂੰ ਆ। ਜਦੋਂ ਆਪਾਂ ਕਿਸੇ ਕੌਮ ਲਈ ਕੁਝ ਕਰਦੇ ਆ ਜਾਂ ਜੋ ਆਵਾਜ਼ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਸੰਤ ਜਰਨੈਲ ਸਿੰਘ ਹੋਰਾਂ ਨੇ ਜਦੋਂ ਨੌਜਵਾਨੀ ਨੂੰ ਪ੍ਰੇਰਿਆ ਕਿ ਸਾਡੇ ਉੱਤੇ ਜ਼ੁਲਮ ਕੀਤਾ ਜਾ ਰਿਹਾ, ਉਹ ਇਸ ਜ਼ੁਲਮ ਦਾ ਟਾਕਰਾ ਕਰੀਏ, ਤੇ ਉਹ ਅਸੀਂ ਸਮਝਦੇ ਹਾਂ ਕਿ ਸਿੱਖ ਨੌਜਵਾਨੀ ਨੂੰ ਪਾਈ ਗਈ ਇੱਕ ਵੰਗਾਰ ਸੀ। ਆਮ ਇੱਕ ਉਸ ਦੌਰ ਦੇ ਵਿੱਚ ਇੱਕ ਕਵਿਤਾ ਆਮ ਬੋਲੀ ਜਾਂਦੀ ਸੀ, ਮੇਰੇ ਵੀਰ ਜਵਾਨੋ ਗੱਭਰੂਓ ਸਿੱਖੀ ਤੋਂ ਜਵਾਨੀ ਵਾਰ ਦਿਓ, ਅੱਜ ਪੰਥ ਬੜਾ ਕਰਜ਼ਾਈ ਹੈ, ਸਿਰ ਦੇ ਕੇ ਕਰਜ਼ ਉਤਾਰ ਦਿਓ। ਇਹ ਇੱਕ ਵੰਗਾਰ ਸੀ ਕੌਮ ਦੀ ਜਵਾਨੀ ਨੂੰ। ਤੇ ਇਹ ਵੰਗਾਰ ਮੈਗਜ਼ੀਨ ਜਿਹੜਾ ਕਿ ਆਪਣੀ ਕੌਮ ਦੀ ਨੌਜਵਾਨੀ ਨੂੰ ਕੌਮ ਲਈ ਕੁਝ ਕਰਨ ਦਾ, ਕੌਮ ਦੇ ਉੱਤੇ ਹੋ ਰਹੇ ਹਮਲਿਆਂ ਨੂੰ ਰੋਕਣ ਦਾ ਲਈ ਜਿਹੜੀ ਹੈ ਕਿ ਵੰਗਾਰ ਵੀ ਪਾਉਂਦੀ ਹੈ। ਤੇ ਇਹਦੇ ਨਾਲ ਕੌਮ ਦੇ ਦੁਸ਼ਮਣਾਂ ਵੱਲੋਂ ਜਿਹੜੇ ਆ ਕਿ ਸਾਡੀ ਕੌਮ ਦੇ ਉੱਤੇ ਹਮਲੇ ਕੀਤੇ ਜਾ ਰਹੇ ਆ, ਲੁਕਵੇਂ ਤਰੀਕੇ ਨਾਲ ਕੀਤੇ ਜਾ ਰਹੇ ਆ, ਪ੍ਰਤੱਖ ਤਰੀਕੇ ਨਾਲ ਕੀਤੇ ਜਾ ਰਹੇ ਆ, ਵੀ ਉਹਨਾਂ ਹਮਲਿਆਂ ਦੇ ਖਿਲਾਫ ਜਿਹੜਾ ਕਿ ਦੁਸ਼ਮਣ ਨੂੰ ਲਲਕਾਰ ਵੀ ਆ, ਇਹ ਵੰਗਾਰ ਵੀ ਆ ਤੇ ਲਲਕਾਰ ਵੀ ਆ। ਅਸੀਂ ਇਹ ਕਹਿ ਸਕਦੇ ਹਾਂ ਕਿ ਆਪਣੀ ਜਵਾਨੀ ਨੂੰ ਵੰਗਾਰ ਤੇ ਦੁਸ਼ਮਣ ਲਈ ਲਲਕਾਰ, ਇਹ ਜਿਹੜਾ ਮੈਗਜ਼ੀਨ ਅਸੀਂ ਇਸੇ ਮਕਸਦ ਲਈ ਸ਼ੁਰੂ ਕੀਤਾ। ਜੀ, ਹੁਣ ਭਾਈ ਹਰਪ੍ਰੀਤ ਸਿੰਘ ਦਾ ਇੱਕ ਬਿਆਨ ਆਉਂਦਾ ਹੈ, ਉਹ ਕਹਿੰਦੇ ਆ ਵੀ 84 ਦੇ ਜੋ ਮਹਾਨ ਇਤਿਹਾਸ ਹੈ ਉਸ ਦੇ ਨਾਲ ਸੰਬੰਧਿਤ ਇੱਕ ਡਾਟਾ ਕਲੈਕਟ ਕੀਤਾ ਜਾਵੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਤੁਸੀਂ ਇਸ ਜਿਹੜਾ ਉਹਨਾਂ ਦਾ ਇਹ ਬਿਆਨ ਹੈ, ਇਸ ਨੂੰ ਕਿਵੇਂ ਲੈਂਦੇ ਹੋ? ਹਾਂ, ਨਹੀਂ ਵੇਖੋ, ਅਸਲ ਵਿੱਚ ਸਾਡੀ ਸਭ ਤੋਂ ਜਿਹੜੀ ਆ ਕਿ ਮੰਦਭਾਗੀ ਜਿਹੜੀ ਆ ਸਥਿਤੀ ਜਿਹੜੀ ਆ ਉਹ ਕੀ ਆ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਚਾਹੁੰਦੀ ਤੇ ਇਹ 1984 ਦੇ ਵਿੱਚ ਹੀ ਇਹ ਸਾਰਾ ਡਾਟਾ ਇਕੱਠਾ ਕੀਤਾ ਜਾ ਸਕਦਾ ਸੀ। 1985 ਦੇ ਚੜ੍ਹਨ ਤੋਂ ਪਹਿਲਾਂ ਤਕਰੀਬਨ ਕਿ ਨਸਲਕੁਸ਼ੀ ਦੇ ਵਿੱਚ ਕਿੰਨੀਆਂ ਸ਼ਹੀਦੀਆਂ ਹੋਈਆਂ, ਉਹਨਾਂ ਦੇ ਪਿੰਡ, ਉਹਨਾਂ ਦੇ ਨਾਮ, ਕਿਸ ਤਰੀਕੇ ਦੇ ਨਾਲ ਜਿਹੜਾ ਕਿ ਭਾਰਤੀ ਹਕੂਮਤ ਨੇ ਜ਼ੁਲਮ ਕੀਤੇ, ਕਿਹੜੇ ਤਸੀਹੇ ਜਿਹੜੇ ਆ ਕਿ ਉੱਥੋਂ ਗ੍ਰਿਫਤਾਰ ਕੀਤੇ ਗਏ, ਸਿੰਘਾਂ ਨੂੰ ਦਿੱਤੇ ਗਏ, ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਰਿਮਾਂਡ ਦੇ ਉੱਤੇ ਜਿਹੜਾ ਕਿ ਤਸੀਹੇ ਦਿੱਤੇ ਜਾਂਦੇ ਰਹੇ, ਕੀ ਕੁਝ ਉਹਨਾਂ ਨੂੰ ਪੁੱਛਿਆ ਜਾਂਦਾ ਰਿਹਾ, ਇਹ ਸਾਰਾ ਕੁਝ 1984 ਦੇ ਵਿੱਚ ਹੀ ਹੋ ਸਕਦਾ ਸੀ। ਪਰ ਬਦਕਿਸਮਤੀ ਸਾਡੀ ਕੌਮ ਦੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹਦੇ ਉੱਤੇ ਉਹ ਲੋਕ ਕਾਬਜ਼ ਨੇ ਜਿਹੜੇ ਦਿੱਲੀ ਤਖਤ ਦੀ ਗੁਲਾਮੀ ਨੂੰ ਕਬੂਲ ਕਰ ਚੁੱਕੇ ਆ, ਤੇ ਇਹ ਉਹੀ ਕਰਦੇ ਆ ਜੋ ਦਿੱਲੀ ਦਾ ਤਖਤ ਇਹਨਾਂ ਨੂੰ ਕਹਿੰਦਾ। ਜੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਨਿਯੁਕਤ ਕੀਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਹ ਕਿਹਾ ਕਿ ਸਾਰਾ ਡਾਟਾ ਜਿਹੜਾ ਕਲੈਕਟ ਕੀਤਾ ਜਾਵੇਗਾ, ਤੇ ਫਿਰ ਵੀ ਅਸੀਂ ਇਸ ਹਾਲਾਤ ਦੇ ਵਿੱਚ ਵੀ, ਕਿਉਂਕਿ ਅਸੀਂ ਪਹਿਲੀ ਗੱਲ ਤੇ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੇ ਅਧੀਨ ਜਿਹੜਾ ਜਥੇਦਾਰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਬਾਦਲ ਅਕਾਲੀ ਦਲ ਦੇ ਅਧੀਨ ਆ,
ਤੇ ਬਾਦਲ ਅਕਾਲੀ ਦਲ ਜਿਹੜਾ ਦਿੱਲੀ ਤੋਂ ਪੁੱਛੇ ਬਿਨਾਂ ਸਾਹ ਨਹੀਂ ਲੈਂਦਾ। ਤੇ ਇੱਕ ਤੇ ਅਸੀਂ ਕਹਿ ਸਕਦੇ ਹਾਂ ਕਿ ਬੜਾ ਮੁਸ਼ਕਲ ਕਾਰਜ ਆ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜਾ ਬਿਆਨ ਦਿੱਤਾ, ਇਹਦੇ ਸਾਹਮਣੇ ਉਹਨਾਂ ਨੂੰ ਔਕੜਾਂ ਵੀ ਆ ਸਕਦੀਆਂ। ਪਰ ਇਹਦੇ ਬਾਵਜੂਦ ਜਿਹੜਾ ਕਿ ਅਸੀਂ ਫਿਰ ਵੀ ਇਹ ਕਹਾਂਗੇ ਕਿ ਦੇਰ ਆਏ ਦਰੁਸਤ ਆਏ, ਤੇ ਇਹ ਹੁਣ ਵੀ ਜਿਹੜਾ ਜੇ ਜ਼ਿੰਮੇਵਾਰੀ ਜਿਹੜੀ ਆ ਅਕਾਲ ਤਖਤ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਵੱਲੋਂ ਸੰਭਾਲ ਲਈ ਜਾਵੇ, ਤੇ ਅਜੇ ਵੀ ਬੜਾ ਕੁਝ ਜਿਹੜਾ ਉਹ ਕੀਤਾ ਜਾ ਸਕਦਾ, ਸੰਭਾਲਿਆ ਜਾ ਸਕਦਾ। ਜੀ, ਜਿਵੇਂ ਅਸੀਂ ਨਾ ਕਿਸੇ ਵੀ ਪਰਿਵਾਰਾਂ ਨੂੰ ਮਿਲਦੇ ਹਾਂ, ਜੋ ਅਸੀਂ ਉਹਨਾਂ ਦੇ ਘਰੇਲੂ ਹਾਲਾਤ ਦੇਖਦੇ ਹਾਂ, ਪਤਾ ਲੱਗਦਾ ਹੈ ਵੀ ਕਾਫੀ ਤਰਸਯੋਗ ਹੁੰਦੇ ਆ, ਚਾਹੇ ਧਰਮੀ ਫੌਜੀ। ਮੈਂ ਇੱਕ ਐਗਜ਼ਾਮਪਲ ਕਿਸੇ ਕੋਲ ਸੁਣ ਰਿਹਾ ਸੀ ਕਿ ਸਾਡੇ ਕੋਲ ਇੱਕ ਵੀਰ ਸੀਰੀ ਰਿਹਾ, ਭਾਵ ਖੇਤਾਂ ਦੇ ਵਿੱਚ ਕੰਮ ਕਰਦਾ ਰਿਹਾ 2 ਸਾਲ। ਉਹ ਧਰਮੀ ਫੌਜੀ 2 ਸਾਲ ਸਾਡੇ ਕੋਲ ਕੰਮ ਕਰਦਾ ਰਿਹਾ, ਸਾਨੂੰ ਪਤਾ ਨਹੀਂ ਲੱਗਿਆ। ਪਰ ਜਦੋਂ ਸਾਨੂੰ ਪਤਾ ਲੱਗਿਆ, ਅਸੀਂ ਉਸ ਨੂੰ ਬਾਏ ਇੱਜ਼ਤ ਬੜੇ ਪ੍ਰੇਮ ਦੇ ਨਾਲ ਅਸੀਂ ਉਸ ਤੋਂ ਇਹ ਕੰਮ ਨਹੀਂ ਕਰਵਾਇਆ। ਤੁਹਾਨੂੰ ਲੱਗਦਾ ਨਹੀਂ ਵੀ ਅੱਜ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਹਨਾਂ ਦੀ ਸਰਕਾਰ ਵੱਲੋਂ ਇਹ ਬਿਆਨ ਦਿੱਤਾ ਜਾ ਰਿਹਾ ਵੀ ਜਿਹੜੇ DSP ਦੀਆਂ ਪੋਸਟਾਂ, ਤਹਿਸੀਲਦਾਰ ਦੀਆਂ ਪੋਸਟਾਂ MLO ਦੇ ਭਾਈ ਭਤੀਜਿਆਂ ਨੂੰ ਦਿੱਤੀਆਂ ਜਾ ਰਹੀਆਂ ਨੇ? ਤੁਹਾਡੀ ਨਜ਼ਰ ਦੇ ਵਿੱਚ ਕੀ ਉਹ ਲੋਕ ਤਰਸ ਦੇ ਪਾਤਰ ਹੈਗੇ ਆ? ਜਿਹੜਾ ਅਸੀਂ ਤਾਂ ਜਦੋਂ ਮਿਲਦੇ ਹਾਂ, ਅਸੀਂ ਤਾਂ ਕਦੇ ਨਹੀਂ ਦੇਖਿਆ ਵੀ ਕਿਸੇ MLA ਦੇ ਭਾਈ ਭਤੀਜੇ ਨੂੰ ਕੋਈ ਤਰਸ ਦੀ ਲੋੜ ਹੋਵੇ। ਹਾਂ, ਨਹੀਂ, ਗੱਲ ਇਹ ਆ ਕਿ ਜਿਹੜਾ ਕਿ ਇਹ ਸਿਸਟਮ ਜਿਹੜਾ ਇੱਥੋਂ ਦਾ, ਹੁਣ ਆਪਾਂ ਜੁਝਾਰੂ ਲਹਿਰ ਦੀ ਤੇ ਗੱਲ ਜਿਹੜੀ ਆ ਕਰਨੀ, ਇਹਨਾਂ ਤੋਂ ਆਸ ਕਰਨੀ ਬੜੀ ਹਾਸੋਹੀਣੀ ਗੱਲ ਹੈ ਵੀ ਜੁਝਾਰੂ ਲਹਿਰ ਦੇ ਵਿੱਚ ਜਾਂ 1984 ਤੋਂ ਬਾਅਦ ਜਿਹੜੇ ਧਰਮੀ ਫੌਜੀ ਜਿਨ੍ਹਾਂ ਨੇ ਕਿ ਰੋਸ ਵਜੋਂ ਜਿਹੜਾ ਕਿ ਬਗਾਵਤ ਕੀਤੀ, ਬੈਰਕਾਂ ਛੱਡੀਆਂ, ਵੀ ਉਹਨਾਂ ਲਈ ਇਹ ਕੁਝ ਕਰਨਗੇ। ਇਹਨਾਂ ਨੇ ਤੇ ਜਿਹੜੇ 1947 ਤੋਂ ਪਹਿਲਾਂ ਜਿਹੜੇ ਪਰਿਵਾਰ ਅਸੀਂ ਆਮ ਦੇਖਦੇ ਹਾਂ ਕਿ ਸ਼ਹੀਦ ਊਧਮ ਸਿੰਘ ਸਨਾਮ ਵਰਗੇ, ਭਗਤ ਸਿੰਘ ਵਰਗੇ, ਇਹਨਾਂ ਦੇ ਪਰਿਵਾਰਾਂ ਦੀ ਜਿਹੜੀ ਆ ਕੀ ਹਾਲਤ ਆ। ਤੇ ਜਿਹੜੇ ਉਸ ਵੇਲੇ ਦੇ ਗੱਦਾਰ ਜਿਹੜੇ ਕਿ ਇਹਨਾਂ ਦੀ ਟੌਟੀ ਕਰਦੇ ਰਹੇ ਅੰਗਰੇਜ਼ਾਂ ਦੀ, ਉਹ ਅੱਜ ਵੀ ਜਿਹੜੇ ਆ ਕਿ ਹੁਕਮਰਾਨ ਬਣਦੇ ਆ ਤੇ ਸਾਡੇ ਦੇ ਉੱਤੇ ਰਾਜ ਕਰਦੇ ਆ। ਤੇ ਜਿਹੜੇ ਉਸ ਵੇਲੇ ਕੁਰਬਾਨੀਆਂ ਕਰਦੇ ਰਹੇ ਆ, ਵੀ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਅੱਜ ਵੀ ਅਸੀਂ ਕਈ ਥਾਵਾਂ ਤੇ ਦੇਖਦੇ ਹਾਂ ਕਿ ਅਗਲੀਆਂ ਪੀੜ੍ਹੀਆਂ ਜਿਹੜੀਆਂ ਉਹ ਦਿਹਾੜੀ ਕਰਕੇ ਗੁਜ਼ਾਰਾ ਕਰਦੀਆਂ। ਤੇ ਇਹ ਇਸ ਤਰ੍ਹਾਂ ਦੇ ਘਟੀਆ ਸਿਸਟਮ ਤੋਂ ਅਸੀਂ ਇਹ ਉਮੀਦ ਹੀ ਨਹੀਂ ਕਰ ਸਕਦੇ ਕਿ ਸਾਡੀ ਕੌਮ ਦੇ ਲਈ ਜਿਹੜੇ ਲੜਨ ਵਾਲੇ ਜੁਝਾਰੂ ਸਿੰਘ ਧਰਮੀ ਫੌਜੀ ਜਿਹੜੇ ਆ ਵੀ ਇਹ ਉਹਨਾਂ ਲਈ ਕੁਝ ਕਰਨਗੇ। ਉਹਨਾਂ ਲਈ ਜੇ ਕੁਝ ਕਰ ਸਕਦੀ ਆ ਤੇ ਸਾਡੀ ਕੌਮ ਕਰ ਸਕਦੀ ਆ, ਤੇ ਕੌਮ ਤਾਂ ਕਰ ਸਕਦੀ ਆ ਜੇ ਕੌਮ ਕਰਨ ਦੇ ਸਮਰੱਥ ਹੋਵੇ, ਤੇ ਸਮਰੱਥ ਉਹ ਤਾਂ ਹੋਊਗੀ ਜਦੋਂ ਕੌਮ ਕੋਲ ਆਪਣਾ ਦੇਸ਼, ਆਪਣਾ ਰਾਜ ਜਿਹੜਾ ਉਹ ਹੋਊਗਾ। ਜੀ, ਆਪਣਾ ਦੇਸ਼, ਆਪਣੇ ਤੋਂ ਤੁਹਾਡਾ ਕੀ ਭਾਵ ਹੈ ਜੀ? ਹਾਂ, ਸਿੱਖ ਕੌਮ ਜਿਹੜੀ ਆ ਕਿ ਗੁਰੂ ਸਾਹਿਬ ਨੇ ਜਦੋਂ ਤੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਆ, ਉਸ ਵੇਲੇ ਤੋਂ ਹੀ ਖਾਲਸੇ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਇਹ ਲਾਈ ਆ ਕਿ ਜਿਹੜੇ ਫਰਜ਼ ਆਮ ਤੌਰ ਤੇ ਸਮੇਂ ਦੇ ਹਾਕਮਾਂ ਦੇ ਹੁੰਦੇ ਆ, ਜਿਨ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਆਪਣੀ ਪ੍ਰਜਾ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਨੂੰ ਨਿਭਾਉਣਾ, ਆਪਣੀ ਪ੍ਰਜਾ ਦੇ ਵਿੱਚ ਜੇ ਕਿਸੇ ਨਾਲ ਅਨਿਆਂ ਹੁੰਦਾ ਤਾਂ ਉਹਨੂੰ ਨਿਆਂ ਦੇਣ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਨਿਭਾਉਣੀ। ਪਰ ਅਸੀਂ ਵੇਖਦੇ ਆ ਰਹੇ ਹਾਂ, ਜਦੋਂ ਤੋਂ ਸਿੱਖ ਕੌਮ ਦੀ ਸਥਾਪਨਾ ਹੋਈ ਆ, ਉਦੋਂ ਤੋਂ ਜਿਹੜੀ ਹਾਕਮ ਜਮਾਤ ਹੈ, ਭਾਵੇਂ ਉਹ ਦਿੱਲੀ ਦਾ ਤਖਤ ਹੋਵੇ, ਭਾਵੇਂ ਕਾਬਲ ਦਾ ਤਖਤ ਹੋਵੇ, ਇੱਥੇ ਜਿਹੜੇ ਵੀ ਹਾਕਮਾਂ ਦੀ ਹਕੂਮਤ ਰਹੀ ਆ ਵੀ ਉਹ ਇਹ ਜ਼ਿੰਮੇਵਾਰੀ ਨਹੀਂ ਨਿਭਾਉਂਦੇ ਰਹੇ। ਜਿਨ੍ਹਾਂ ਦੀ ਜ਼ਿੰਮੇਵਾਰੀ ਲੋਕਾਂ ਨੂੰ ਸੁਰੱਖਿਆ ਦੇਣ ਦੀ ਹੁੰਦੀ ਹੈ ਵੀ ਉਹ ਖੁਦ ਉਹਨਾਂ ਦੇ ਉੱਤੇ ਹਮਲੇ ਕਰਦੇ ਰਹੇ, ਉਹਨਾਂ ਦੀਆਂ ਧੀਆਂ ਭੈਣਾਂ ਦੀ ਬੇਪਤੀ, ਉਹਨਾਂ ਨੂੰ ਅਗਵਾ ਕਰਕੇ ਜਿਹੜੇ ਆ ਲਿਜਾਂਦੇ ਰਹੇ। ਤੇ ਜਿਨ੍ਹਾਂ ਦੀ ਜ਼ਿੰਮੇਵਾਰੀ ਪ੍ਰਜਾ ਲਈ ਨਿਆਂ ਕਰਨ ਦੀ ਹੁੰਦੀ ਆ, ਉਹ ਖੁਦ ਉਹਨਾਂ ਨਾਲ ਅਨਿਆਂ ਕਰਦੇ ਰਹੇ। ਇਹੀ ਇੱਕ ਕਾਰਨ ਸੀਗਾ ਕਿ ਸਿੱਖ ਕੌਮ ਦੀ ਜ਼ਿੰਮੇਵਾਰੀ ਜਿਹੜੀ ਆ ਗੁਰੂ ਸਾਹਿਬ ਨੂੰ ਲਾਉਣੀ ਪਈ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਰਨੀ ਪਈ। ਕਿਉਂਕਿ ਜਿਹੜੇ ਦੂਜੇ ਤਖਤ ਸੀ ਉਹ ਆਪਣੇ ਤਖਤ ਹੋਣ ਦਾ, ਕਿਉਂਕਿ ਗੁਰਬਾਣੀ ਦਾ ਇਹ ਫਰਮਾਨ ਹੈ, ਤਖਤ ਰਾਜਾ ਸੋਭ ਹੈ ਜੇ ਤਖਤੇ ਲਾਇਕ ਹੋਈ। ਤੇ ਉਹਨਾਂ ਨੇ ਆਪਣੀਆਂ ਕਰਤੂਤਾਂ ਦੇ ਨਾਲ ਜਿਹੜਾ ਕਿ ਇਹ ਉਹ ਸਪਸ਼ਟ ਹੁੰਦਾ ਸੀਗਾ ਕਿ ਉਹ ਤਖਤ ਤੇ ਬਹਿਣ ਦੇ ਲਾਇਕ ਨਹੀਂ ਆ। ਜਿਹੜੀ ਜ਼ਿੰਮੇਵਾਰੀ ਇੱਕ ਤਖਤ ਤੇ ਬੈਠੇ ਹਾਕਮ ਦੀ ਹੁੰਦੀ ਆ ਵੀ ਉਹਨੂੰ ਉਹ ਨਿਭਾ ਨਹੀਂ ਸੀ ਰਹੇ। ਇਸ ਕਰਕੇ ਗੁਰੂ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਵੀ ਇਹ ਅਕਾਲ ਪੁਰਖ ਦਾ ਤਖਤ ਹੈ, ਇੱਥੋਂ ਸਭ ਨੂੰ ਸੁਰੱਖਿਆ ਵੀ ਮਿਲੂਗੀ ਤੇ ਸਭ ਨੂੰ ਨਿਆਂ ਵੀ ਮਿਲੂਗਾ। ਤੇ ਇਹੀ ਕਾਰਨ ਆ ਕਿ ਗੁਰੂ ਸਾਹਿਬ ਨੇ ਇਹ ਟੀਚਾ ਵੀ ਜਿਹੜਾ ਸਿੱਖ ਕੌਮ ਨੂੰ ਦਿੱਤਾ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ,
ਕਿਉਂਕਿ ਜਿਹੜਾ ਖਾਲਸੇ ਨੇ ਤਖਤ ਦੇ ਉੱਤੇ ਬਹਿਣਾ ਤੇ ਤਖਤ ਦੇ ਉੱਤੇ ਬੈਠ ਕੇ ਰਾਜ ਵੀ ਕਰਨਾ ਤੇ ਲੋਕਾਂ ਨੂੰ ਸੁਰੱਖਿਆ ਦੇਣੀ, ਲੋਕਾਂ ਨੂੰ ਨਿਆਂ ਦੇਣਾ। ਤੇ ਅਸੀਂ ਵੇਖਿਆ ਕਿ ਖਾਲਸੇ ਦਾ ਰਾਜ ਜਦੋਂ ਵੀ ਕਾਇਮ ਹੋਇਆ, ਬੇਸ਼ੱਕ ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਦੇ ਵਿੱਚ ਹੋਵੇ, ਬੇਸ਼ੱਕ ਉਹ ਸਿੱਖ ਮਿਸਲਾਂ ਦੇ ਰੂਪ ਵਿੱਚ ਹੋਵੇ, ਤੇ ਬੇਸ਼ੱਕ ਉਹ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਦੇ ਵਿੱਚ ਹੋਵੇ, ਉੱਥੇ ਆਮ ਲੋਕਾਂ ਨੂੰ ਨਿਆਂ ਵੀ ਮਿਲਦਾ ਰਿਹਾ, ਸੁਰੱਖਿਆ ਵੀ ਮਿਲਦੀ ਰਹੀ ਹੈ। ਤੇ ਬੇਸ਼ੱਕ ਜਿਹੜਾ ਕਿ ਪੁਰਾਣੀ ਕੁੜੱਤਣ ਜਿਹੜੀ ਸੀਗੀ, ਕਿਉਂਕਿ ਮੁਗਲਾਂ ਦੇ ਰਾਜ ਵਿੱਚ ਲਗਾਤਾਰ ਸਿੱਖਾਂ ਦੇ ਉੱਤੇ ਬਿਆਨ ਹੀ ਨਹੀਂ ਕੀਤੇ ਜਾ ਸਕਦੇ ਵੀ ਕਿਸ ਤਰ੍ਹਾਂ ਦੇ ਜ਼ੁਲਮ ਤੇ ਜ਼ਬਰ ਜਿਹੜੇ ਹੋਏ ਆ। ਇਹਦੇ ਬਾਵਜੂਦ ਮੁਸਲਮਾਨ ਖਾਲਸੇ ਦੇ ਰਾਜ ਵਿੱਚ ਸੁਖੀ ਵੱਸਦੇ ਰਹੇ ਆ। ਤੇ ਇਹਦੀ ਸਪਸ਼ਟ ਸਭ ਤੋਂ ਵੱਡੀ ਉਦਾਹਰਨ ਜਿਹੜੀ ਜੇ ਦੇਖਣੀ ਹੋਵੇ ਤੇ ਉਹ ਆ ਸ਼ਾਹ ਮੁਹੰਮਦ ਦਾ ਜੰਗਨਾਮਾ, ਕਿ ਜਦੋਂ ਖਾਲਸਾ ਰਾਜ ਖਤਮ ਹੋਇਆ ਤੇ ਕਿਸ ਤਰੀਕੇ ਦੇ ਨਾਲ ਉਹਨੇ ਕਲਮ ਦੇ ਰਾਹੀਂ ਬੈਨ ਪਾਏ ਆ ਕਿ ਰਾਜੀ ਰਹਿੰਦੇ ਹਿੰਦੂ ਮੁਸਲਮਾਨ ਦੋਵੇਂ, ਸਿਰ ਦੋਹਾਂ ਦੇ ਨਵੀਂ ਆਫਤ ਆਈ। ਵੀ ਇਹ ਸਭ ਤੋਂ ਵੱਡੀ ਉਦਾਹਰਨ ਹੈ ਕਿ ਖਾਲਸੇ ਦਾ ਰਾਜ ਜਦੋਂ ਵੀ ਹੋਇਆ, ਖਾਲਸੇ ਦੀ ਹਕੂਮਤ ਜਦੋਂ ਵੀ ਹੋਈ ਆ, ਖਾਲਸੇ ਦਾ ਆਪਣਾ ਦੇਸ਼ ਜਦੋਂ ਵੀ ਬਣਿਆ, ਉਹਦੇ ਵਿੱਚ ਬਿਨਾਂ ਕਿਸੇ ਵਿਤਕਰੇ ਤੋਂ, ਬਿਨਾਂ ਕਿਸੇ ਧਰਮ ਦੇ ਵਿਤਕਰੇ ਤੋਂ, ਬਿਨਾਂ ਕਿਸੇ ਜਾਤ ਦੇ ਵਿਤਕਰੇ ਤੋਂ ਹਰੇਕ ਨੂੰ ਬਰਾਬਰ ਦੀਆਂ ਸਹੂਲਤਾਂ ਮਿਲੀਆਂ ਤੇ ਨਿਆਂ ਮਿਲਿਆ। ਤੇ ਉਹੀ ਅਸੀਂ ਕਹਿ ਸਕਦੇ ਹਾਂ ਕਿ ਉਸ ਤਰ੍ਹਾਂ ਦਾ ਰਾਜ ਜਿਹੜਾ ਖਾਲਸੇ ਦਾ, ਉਹ ਦੁਨੀਆ ਦੇ ਨਕਸ਼ੇ ਦੇ ਉੱਤੇ ਕਾਇਮ ਹੋਣਾ ਚਾਹੀਦਾ। ਤੇ ਉਹਦੇ ਨਾਲ ਹੀ ਜਿਹੜੀ ਸਿੱਖ ਕੌਮ ਇੰਨੀ ਸਮਰੱਥ ਹੋਵੇਗੀ ਕਿ ਉਹ ਸਭ ਨਾਲ ਜਿਹੜਾ ਕਿ ਨਿਆਂ ਵੀ ਕਰ ਸਕੇ ਤੇ ਸੁਰੱਖਿਆ ਵੀ ਦੇ ਸਕੇ। ਜੀ, ਤੁਸੀਂ ਇੱਕ ਹਿਸਟੋਰੀਅਨ ਵੀ ਹੋ, ਤੁਸੀਂ ਇੱਕ ਬਹੁਤ ਵੱਡੇ ਲੇਖਕ ਵੀ ਹੋ। ਅੰਤ ਦੇ ਵਿੱਚ ਤੁਸੀਂ ਇਸ ਚੈਨਲ ਦੇ ਮਾਧਿਅਮ ਰਾਹੀਂ ਜਿਹੜਾ 84 ਦਾ ਦੁਖਾਂਤ ਚੱਲਦਾ ਸਾਡੇ ਤੇ, ਇਸ ਦੀ ਬਾਬਤ ਕੋਈ ਮੈਸੇਜ ਦੇਣਾ ਚਾਹੋ? ਹਾਂਜੀ, ਇਹਦਾ ਸਭ ਤੋਂ ਵੱਡਾ ਮੈਸੇਜ ਇਹੀ ਆ ਕਿ ਇਹ ਆਮ ਤੌਰ ਤੇ ਇੱਕ ਸਾਜ਼ਿਸ਼ ਜਿਹੜੀ ਹੈ ਕਿ ਰਚੀ ਜਾ ਰਹੀ ਆ, ਕਿ ਇਹ ਕਿਹਾ ਜਾ ਰਿਹਾ ਕਿ ਇਹ ਹਮਲਾ ਕਾਂਗਰਸ ਨੇ ਕੀਤਾ ਸੀ। ਕਈ ਸਾਡੀਆਂ ਪਾਰਟੀਆਂ ਜਿਹੜੀਆਂ ਨੇ, ਅਕਾਲੀ ਦਲ ਵਰਗੀਆਂ, ਜਿਨ੍ਹਾਂ ਨੂੰ ਇਹ ਲਾਲਸਾ ਹੁੰਦੀ ਆ ਕਿ ਅਸੀਂ ਆਪਣੀ ਰਾਜ ਸੱਤਾ ਜਿਹੜੀ ਆ, ਬਹੁਤ ਹੀ ਨਿਗੁਣੀ ਜੀ ਰਾਜ ਸੱਤਾ ਪੰਜਾਬ ਦੇ ਵਿੱਚ ਕਾਇਮ ਕਰਨ ਦੇ ਲਈ ਕਦੀ ਬੀਜੇਪੀ ਦੀ ਝੋਲੀ ਦੇ ਵਿੱਚ ਵੜਨਾ, ਕਦੀ ਕਿਸੇ ਹੋਰ ਪਾਰਟੀ ਦੀ ਝੋਲੀ ਦੇ ਵਿੱਚ ਵੜਨਾ। ਉਹ ਇਹ ਇਸ ਤਰੀਕੇ ਨਾਲ ਪੇਸ਼ ਕਰਨਾ ਚਾਹੁੰਦੇ ਕਿ ਇਹ ਹਮਲਾ ਜਿਹੜਾ ਇਹ ਸਿਰਫ ਕਾਂਗਰਸ ਨੇ ਕੀਤਾ ਸੀ, ਜਦ ਕਿ ਇਹ ਅਸਲ ਵਿੱਚ ਲੜਾਈ ਜਿਹੜੀ ਆ, ਇਹ ਇੱਕ ਵਿਚਾਰਧਾਰਾ ਦੀ ਲੜਾਈ ਹੈ। ਉਹ ਵਿਚਾਰਧਾਰਾ ਇੰਦਰਾ ਗਾਂਧੀ ਤੇ ਸੰਤ ਜਰਨੈਲ ਸਿੰਘ ਦੀ ਲੜਾਈ ਨਹੀਂ ਸੀ। ਇਹ ਦੋ ਵਿਚਾਰਧਾਰਾਵਾਂ ਦਾ ਜਿਹੜਾ ਟਕਰਾਅ ਆ। ਇੰਦਰਾ ਗਾਂਧੀ ਸਿਰਫ ਹਿੰਦ ਦੇ ਉੱਤੇ ਹਕੂਮਤ ਨਹੀਂ ਸੀ ਕਰ ਰਹੀ, ਉਹ ਉਸ ਵਿਚਾਰਧਾਰਾ ਦੀ ਪ੍ਰਤੀਨਿਧਤਾ ਕਰਦੀ ਸੀ ਜਿਹੜੀ ਵਿਚਾਰਧਾਰਾ ਐਲਾਨੀਆਂ ਕਹਿੰਦੀ ਸੀ ਕਿ ਬ੍ਰਾਹਮਣ ਤੋਂ ਇਲਾਵਾ ਹੋਰ ਕਿਸੇ ਨੂੰ ਮਨੁੱਖ ਹੀ ਨਾ ਮੰਨੋ। ਉਹਨਾਂ ਦੇ ਜੇ ਅਸੀਂ ਪੜ੍ਹੀਏ ਨਾ ਮਨੂ ਸਿਮਰਤੀ ਜਾਂ ਦੂਜੇ ਜਿਹੜੇ ਆ, ਕਿ ਉਹਦੇ ਵਿੱਚ ਇਹ ਸਪਸ਼ਟ ਹੈ ਕਿ ਬ੍ਰਾਹਮਣ ਤੋਂ ਇਲਾਵਾ ਕਿਸੇ ਨੂੰ ਮਨੁੱਖ ਹੀ ਨਹੀਂ ਮੰਨਿਆ ਜਾ ਸਕਦਾ, ਬਾਕੀ ਬਹੁਤ ਕੀੜੇ ਮਕੌੜੇ ਨੇ ਸਮਝ ਲਓ। ਤੇ ਦੂਜੇ ਪਾਸੇ ਗੁਰਮਤਿ ਦੀ ਵਿਚਾਰਧਾਰਾ ਜਿਹਦੀ ਪ੍ਰਤੀਨਿਧਤਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਕਰਦੇ ਸੀ, ਉਹ ਐਲਾਨੀਆਂ ਕਹਿੰਦੀ ਆ ਮਾਨਸ ਕੀ ਜਾਤ ਸਭੇ ਏਕੇ ਪਹਿਚਾਨਬੋ, ਵੀ ਸਾਰੇ ਮਨੁੱਖ ਜਿਹੜੇ ਇੱਕ ਬਰਾਬਰ ਨੇ। ਤੇ ਇਹ ਦੋ ਵਿਚਾਰਧਾਰਾਵਾਂ ਦਾ ਜਿਹੜਾ ਉਹ ਟਕਰਾਅ ਆ। ਤੇ ਉਹ ਵਿਚਾਰਧਾਰਾ ਜਿਹੜੀ ਆ, ਅਸੀਂ ਹੁਣ ਤੱਕ ਵੇਖਿਆ ਕਿ ਦਿੱਲੀ ਦੇ ਤਖਤ ਦੇ ਉੱਤੇ ਬੇਸ਼ੱਕ ਕਾਂਗਰਸ ਕਾਬਜ ਰਹੀ ਆ, ਬੇਸ਼ੱਕ ਬੀਜੇਪੀ ਕਾਬਜ ਰਹੀ ਆ, ਤੇ ਬੇਸ਼ੱਕ ਕੋਈ ਹੋਰ ਕਾਬਜ ਰਿਹਾ, ਉਹ ਉਸ ਵਿਚਾਰਧਾਰਾ ਦੇ ਦੁਆਲੇ ਹੀ ਘੁੰਮਦੇ ਜਿਹਨੂੰ ਉਹ ਮੁੱਖ ਧਾਰਾ ਕਹਿੰਦੇ ਆ। ਤੇ ਉਹਨਾਂ ਦੀ ਹਮੇਸ਼ਾ ਹਰੇਕ ਹਕੂਮਤ ਦੀ ਜਿਹੜੀ ਇੱਛਾ ਰਹੀ ਹੈ ਕਿ ਜਿੰਨੇ ਵੀ ਕੌਮਾਂ, ਜਿਹੜੀਆਂ ਕਬੀਲੇ ਕੌਮਾਂ ਇੱਥੇ ਰਹਿੰਦੀਆਂ ਨੇ, ਉਹਨੂੰ ਇਸ ਮੁੱਖ ਧਾਰਾ ਦੇ ਦਾਇਰੇ ਦੇ ਵਿੱਚ ਲਿਆਂਦਾ ਜਾਵੇ। ਤੇ ਇਹ ਲੜਾਈ ਅਸਲ ਵਿੱਚ ਇਹੀ ਆ ਕਿ ਉਹ ਸਾਨੂੰ ਬ੍ਰਾਹਮਣੀ ਮੁੱਖ ਧਾਰਾ ਦੇ ਦਾਇਰੇ ਦੇ ਵਿੱਚ ਲਿਆਉਣਾ ਚਾਹੁੰਦੇ, ਤੇ ਸਾਨੂੰ ਗੁਰੂ ਸਾਹਿਬ ਨੇ ਉਸ ਦਾਇਰੇ ਦੇ ਵਿੱਚੋਂ ਕੱਢਿਆ ਹੋਇਆ, ਸਾਨੂੰ ਉਸ ਤੋਂ ਆਜ਼ਾਦ ਕੀਤਾ, ਤੇ ਅਸੀਂ ਉਸ ਦਾਇਰੇ ਦੇ ਵਿੱਚੋਂ ਆਜ਼ਾਦ ਰਹਿਣਾ। ਤੇ ਇਸ ਲਈ ਸਾਨੂੰ ਇਹ ਯਾਦ ਰੱਖਣ ਦੀ ਲੋੜ ਹੈ, ਘੱਲੂਘਾਰਾ ਵੀ ਯਾਦ ਰੱਖਣਾ, ਤੇ ਇਹ ਘੱਲੂਘਾਰਾ ਵਾਪਰਨ ਦੇ ਕਾਰਨ ਕੀ ਸੀ ਉਹ ਵੀ ਯਾਦ ਰੱਖਣੇ ਆ। ਵੀ ਇਹਦੇ ਪਿੱਛੇ ਉਹ 5 ਸਦੀਆਂ ਦਾ ਵੈਰ ਜਿਹੜਾ ਬ੍ਰਾਹਮਣੀ ਵਿਚਾਰਧਾਰਾ ਦਾ ਉਹ ਆ। ਤੇ ਜਦੋਂ ਤੱਕ ਅਸੀਂ ਉਸ ਵਿਚਾਰਧਾਰਾ ਦੀ ਗੁਲਾਮੀ ਤੋਂ ਆਜ਼ਾਦ ਨਹੀਂ ਹੁੰਦੇ, ਤੇ ਉਹ ਜਿਹੜਾ ਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਜਿਹੜਾ ਉਹ ਘੱਲੂਘਾਰਾ ਜਿਹੜਾ ਉਹਦੇ ਵਿੱਚੋਂ, ਉਸ ਪੀੜ ਦੇ ਵਿੱਚੋਂ ਅਸੀਂ ਸੁਰਖਰੂ ਹੋ ਗਏ ਹਾਂ। ਉਦੋਂ ਤੱਕ ਜਿਹੜੇ ਆ ਕਿ ਇਹ ਟੱਕਰ ਜਿਹੜੀ, ਇਹ ਲੜਾਈ ਜਿਹੜੀ ਆ ਉਹ ਚੱਲਦੀ ਰਹੂਗੀ, ਤੇ ਉਦੋਂ ਤੱਕ ਸਾਨੂੰ ਨਿੱਤ ਨਵੇਂ ਹਮਲਿਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਰਹੂਗਾ। ਇਸ ਕਰਕੇ ਸਭ ਤੋਂ ਜ਼ਰੂਰੀ ਹੈ ਕਿ ਅਸੀਂ ਉਸ ਮੁੱਖ ਧਾਰਾ ਤੋਂ ਆਜ਼ਾਦੀ ਹਾਸਲ ਕਰਨੀ ਆ। ਤੇ ਜਦੋਂ ਤੱਕ ਇਹ ਆਜ਼ਾਦੀ ਹਾਸਲ ਨਹੀਂ ਕਰਦੇ, ਤੇ ਇਹ ਉਦੋਂ ਤੱਕ ਕੌਮ ਜਿਹੜੀ ਆ ਉਹ ਕਹਿ ਸਕਦੇ ਹਾਂ ਕਿ ਨਾ ਉਹਨੂੰ ਖੁਦ ਚੈਨ ਨਾਲ ਬਹਿਣਾ ਚਾਹੀਦਾ, ਤੇ ਨਾ ਜਿਹੜੀ ਸਾਡੀ ਦੁਸ਼ਮਣ ਤਾਕਤ ਹੈ ਉਸਨੂੰ ਚੈਨ ਦੇ ਨਾਲ ਬਹਿਣ ਦੇਣਾ ਚਾਹੀਦਾ। ਤੇ ਇਹੀ ਇਸ ਘੱਲੂਘਾਰੇ ਦਾ ਜਿਹੜਾ ਪੈਗਾਮ ਆ
ਕਿ ਜਦੋਂ ਤੱਕ ਸਾਡੀ ਕੌਮ ਜਿਹੜੀ ਆ ਉਹ ਇਸ ਵਿਚਾਰਧਾਰਾ ਤੋਂ ਇਸ ਵਿਚਾਰਧਾਰਾ ਦੀ ਮੁੱਖ ਧਾਰਾ ਤੋਂ ਆਜ਼ਾਦ ਨਹੀਂ ਹੁੰਦੀ, ਵੀ ਉਦੋਂ ਤੱਕ ਜਿਹੜੀ ਆ ਇਹ ਲੜਾਈ ਜਿਹੜੀ ਆ ਉਹ ਜਾਰੀ ਰਹਿਣੀ ਚਾਹੀਦੀ ਹੈ। ਤੁਹਾਡਾ ਬਹੁਤ ਧੰਨਵਾਦ ਜੀ, ਤੁਸੀਂ ਪੰਜਾਬੀ ਲੋਕ ਚੈਨਲ ਦੇ ਨਾਲ ਗੱਲਬਾਤ ਕੀਤੀ, ਆਪਣਾ ਬਿਜੀ ਸਕੈਜੂਲ ਕੱਢਿਆ, ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ। ਹਾਂ, ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।